ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਬਲਕਾਰ ਸਿੰਘ। ਡਾਕਟਰ ਸਾਹਿਬ ਜੀ ਆਏ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਵਾਲ ਉਹਨਾਂ ਚਿਰ ਪਿੱਛਾ ਨਹੀਂ ਛੱਡਦੇ ਜਿੰਨਾ ਚਿਰ ਐਡਰੈਸ ਨਹੀਂ ਹੋ ਜਾਂਦੇ, ਜਾਂ ਫਿਰ ਉਹਨਾਂ ਨੂੰ ਸਵਾਲਾਂ ਨੂੰ ਗੈਰ ਪ੍ਰਸੰਗਿਕ ਨਹੀਂ ਕਰ ਦਿੱਤਾ ਜਾਂਦਾ, ਜਾਂ ਲੋਕ ਚੇਤਿਆਂ 'ਚੋਂ ਵਿਸਰ ਨਹੀਂ ਜਾਂਦੇ। ਅੱਜ ਸੌਦਾ ਸਾਧ ਤੀਜੀ ਵਾਰੀ ਉਮਰ ਕੈਦ ਭਾਰਤੀ ਸੰਵਿਧਾਨ ਅਨੁਸਾਰ ਲੈ ਚੁੱਕੇ, ਲੇਕਿਨ ਸਿੱਖ ਕੌਮ ਦੇ ਸਾਹਮਣੇ ਕਈ ਸਵਾਲ ਖੜੇ ਆ। ਲੋਕ ਕਹਿਣਗੇ ਤੁਸੀਂ ਕੌਣ ਹੁੰਨੇ ਪੁੱਛਣ ਵਾਲੇ, ਲੇਕਿਨ ਇਹ ਲੋਕ ਮਾਨਸਿਕਤਾ 'ਚ ਤੈਰਦੇ ਸਵਾਲ ਨੇ। ਇਸੇ ਹੀ ਸਾਧ ਨੂੰ ਮੁਆਫ ਕੀਤਾ ਗਿਆ ਸੀ ਇੱਕ ਸ਼ੱਕੀ ਪੱਤਰ ਦੇ ਆਧਾਰ ਤੇ, ਜਿਹਦੇ ਬਾਰੇ ਸਰਦਾਰ ਤਰਲੋਚਨ ਸਿੰਘ ਨੇ ਕੁਝ ਇੱਕ ਇਨਕਸ਼ਾਫ ਵੀ ਕੀਤੇ ਸੀਗੇ। ਮੇਰਾ ਸਵਾਲ ਇੰਨਾ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨੇ ਕਦੀ 92 ਲੱਖ ਦੇ ਇਸ਼ਤਿਹਾਰ ਦੇ ਕੇ ਉਸ ਮਾਫੀ ਨੂੰ ਜਸਟੀਫਾਈ ਕੀਤਾ ਸੀ, ਉਹ ਸਿੰਘ ਸਾਹਿਬਾਨ ਜਿਨ੍ਹਾਂ ਨੇ ਉਹ ਸਾਰੇ ਫੈਸਲਿਆਂ 'ਚ ਸ਼ਮੂਲੀਅਤ ਕੀਤੀ ਸੀ, ਔਰ ਉਹ ਅਕਾਲੀ ਦਲ ਜਿਹਦੇ ਤੇ ਇਹ ਇਲਜ਼ਾਮ ਹੁਣ ਤੱਕ ਆਉਂਦਾ ਜਿੱਥੋਂ ਉਹ ਉੱਭਰ ਨਹੀਂ ਪਾਏ ਕਿ 17 ਦੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦੇ ਹੱਕ 'ਚ ਇੱਕ ਐਲਾਨ ਹੋਇਆ ਸੀ ਮਦਦ ਕਰਨ ਦਾ। ਅਜੇ ਇਹਨਾਂ ਧਿਰਾਂ ਦੀ ਸਫਾਈ ਬਾਕੀ ਆ। ਕਿ ਕੌਮ ਦੇ ਵੱਡੇ ਲੋਕ ਇਹਨਾਂ ਚੀਜ਼ਾਂ ਨੂੰ ਸਾਫ਼ ਕਰਨਗੇ? ਮੈਨੂੰ ਦੱਸਿਓ ਕਿ ਅੱਜ ਦੀ ਸਥਿਤੀ ਦੇ ਵਿੱਚ ਸਫਾਈ ਆਉਣੀ ਬਣਦੀ ਹੈ ਕਿ ਨਹੀਂ। ਜਿਹੜੇ ਲੋਕ ਆਪਣੀ ਸਿਆਸੀ ਜ਼ਮੀਨ ਤਲਾਸ਼ਦੇ ਆ, ਆਪਣਾ ਆਧਾਰ ਲੱਭਦੇ ਫਿਰਦੇ ਆ, ਉਹਨਾਂ ਲੋਕਾਂ ਦੇ ਸਾਹਮਣੇ ਇਹ ਸਵਾਲ ਨੂੰ ਐਡਰੈਸ ਕਰਨ ਦਾ ਇੱਕ ਮੌਕਾ ਬਣਦਾ ਹੈ ਕਿ ਨਹੀਂ? ਰੰਧਾਵਾ ਸਾਹਿਬ, ਤੁਸੀਂ ਜਿਹੜਾ ਸਵਾਲ ਉਠਾਇਆ ਹੈ, ਇਹ ਮਤਲਬ ਮੈਂ ਸਮਝਦਾ ਕਿ ਇਹ ਬਹੁਤ ਜ਼ਰੂਰੀ ਹੈ। ਇਹ ਜਿਨ੍ਹਾਂ ਨੂੰ ਅਸੀਂ ਜਗਾ ਰਹੇ ਹਾਂ, ਦੇਖੋ ਅਸੀਂ ਜਾਗਦਿਆਂ ਨੂੰ ਜਗਾ ਰਹੇ ਹਾਂ, ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਹੈ। ਪਰ ਮੈਂ ਇਹ ਗੱਲ ਜ਼ਰੂਰ ਮਹਿਸੂਸ ਕਰਦਾ ਹਾਂ ਕਿ ਮੇਰੀ ਇਕੱਲੀ ਮੇਰੀ ਕਮਿਊਨਿਟੀ ਹੈ ਜਿਨ੍ਹਾਂ ਦਾ ਕੋਈ ਥਿੰਕ ਟੈਂਕ ਨਹੀਂ ਹੈ, ਜਿਨ੍ਹਾਂ ਨੂੰ ਕੋਈ ਵੇਲੇ ਸਿਰ ਦੱਸਣ ਵਾਲਾ ਨਹੀਂ ਹੈ, ਜਿਹੜੇ ਉੱਭੜ ਵਾਹੇ ਉੱਠ ਕੇ ਬੋਲਦੇ ਨੇ। ਜਦੋਂ ਬੋਲਦੇ ਨੇ ਉਹ ਉਦੋਂ ਮਤਲਬ ਕਈ ਵਾਰ ਉਹਨਾਂ ਦਾ ਇੱਧਰ ਉੱਧਰ ਵੀ ਚਲਾ ਜਾਂਦਾ, ਉਹਦੇ ਵਿੱਚ ਹੀ ਫਸੇ ਹੋਏ ਆ। ਮੈਂ ਸਮਝਦਾ ਕਿ ਜਿਹੜੀ ਅਸੀਂ ਅਸਲ ਵਿੱਚ ਇਹ ਤੁਹਾਡੀ ਜਿਹੜੀ ਤੁਸੀਂ ਸਵਾਲ ਉਠਾਇਆ ਬਹੁਤ ਵੱਡਾ ਸਵਾਲ ਹੈ ਕਿ ਜਿਹੜੀ ਪਬਲਿਕ ਮਾਈਂਡ ਦੇ ਅਚੇਤ ਵਿੱਚ ਚਲੀ ਜਾਏ ਗੱਲ, ਉਹ ਮਰ ਨਹੀਂ ਸਕਦੀ। ਪਬਲਿਕ ਮਾਈਂਡ ਦੇ ਅਚੇਤ ਵਿੱਚ ਕਿਵੇਂ ਚਲੀ ਗਈ ਹੈ, ਉਹ ਬਰਗਾੜੀ ਦੇ ਇਸ਼ੂ ਤੋਂ ਜਾਣਨਾ ਚਾਹੀਦਾ ਹੈ, ਪੁਲਿਸ ਵਾਲਿਆਂ ਦੇ ਮੁਕੱਦਮੇ ਤੋਂ ਜਾਣਨਾ ਚਾਹੀਦਾ ਹੈ, ਅਕਾਲੀ ਦਲ ਦੇ ਹਾਰਨ ਤੋਂ ਜਾਣਨਾ ਚਾਹੀਦਾ। ਮੈਨੂੰ ਇਹ ਪਤਾ ਹੈ ਕਿ ਸਰਸਾ ਸਾਧ ਕਿਸੇ ਵੇਲੇ ਉਹਨਾਂ ਨੂੰ ਜਿਤਾ ਗਿਆ ਸੀ ਬਾਦਲ ਕਿਆਂ ਨੂੰ, ਤੇ ਫਿਰ ਉਹਨਾਂ ਨੂੰ ਹਰਾ ਗਿਆ ਸੀ। ਮੈਂ ਇਹ ਮਤਲਬ ਮੰਨਦਾ ਗੱਲ, ਮਤਲਬ ਇਸ ਵੇਲੇ ਵੀ ਉਹਨਾਂ ਦੇ ਗੱਲ ਸਰਸਾ ਸਾਧ ਹੀ ਪਿਆ ਹੋਇਆ। ਉਹ ਤੇ ਇਸ ਕਰਕੇ ਨਹੀਂ ਬੋਲਦੇ, ਤੇ ਜੇ ਬੋਲਾਂਗੇ ਤੇ ਉਹ ਸਾਰੀਆਂ ਸੁੱਤੀਆਂ ਕਲਾਂ ਜਾਗ ਪੈਣਗੀਆਂ। ਮੈਂ ਤੁਹਾਡੇ ਨਾਲ, ਤੁਹਾਡੀ ਆਡੀਅנס ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਸਿੱਖ ਧਰਮ ਵਿੱਚ ਜਿੰਨੀਆਂ ਵੀ ਲਹਿਰਾਂ ਚੱਲੀਆਂ, ਸਿੱਖਾਂ ਵਿੱਚੋਂ ਬਾਹਰ ਨਿਕਲੀਆਂ, ਉਹ ਸਾਰੀਆਂ ਲਹਿਰਾਂ ਸਾਡੀ ਚੁੱਪ ਦੀਆਂ ਸ਼ਿਕਾਰ ਸਨ, ਚੁੱਪ ਵਿੱਚੋਂ ਨਿਕਲੀਆਂ ਸਨ। ਨਿਰੰਕਾਰੀ ਲਹਿਰ ਸਾਡੇ ਵਿੱਚੋਂ ਜਦੋਂ ਨਿਕਲੀ ਸੀ, ਸਾਡੀ ਚੁੱਪ ਚੋਂ ਨਿਕਲੀ ਸੀ। ਲਾਲਾ ਸੋਨੀ ਸਾਡੀ ਚੁੱਪ ਚੋਂ ਨਿਕਲੀ ਸੀ, ਕੂਕੇ ਸਾਡੀ ਚੁੱਪ ਚੋਂ ਨਿਕਲੇ ਸਨ। ਹੁਣ ਵੀ ਅਸੀਂ ਜਿਹੜੀ ਚੁੱਪ ਧਾਰਨ ਕੀਤੀ ਹੋਈ ਹੈ, ਉਹ ਜਿਹਦੇ ਵੱਲ ਤੁਸੀਂ ਇਸ਼ਾਰਾ ਕਰਤਾ, ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਦੇ ਜਥੇ ਵੱਲ ਤੇ ਅਕਾਲੀ ਦਲ ਵੱਲ, ਇਹ ਜਿਹੜੀ ਚੁੱਪ ਹੈ ਇਹਦੇ ਵਿੱਚੋਂ ਕੁਛ ਬਹੁਤ ਕੁਛ ਨਿਕਲਣ ਵਾਲਾ ਹੈ। ਪਰ ਮੈਂ ਨਹੀਂ ਚਾਹੁੰਦਾ ਵੀ ਨਿਹੰਗਾਂ ਵਾਂਗੂ ਨਿਕਲੇ, ਮੈਂ ਨਹੀਂ ਚਾਹੁੰਦਾ ਇਹ, ਕਿਉਂਕਿ ਮੈਨੂੰ ਉਹ ਉੱਥੇ ਵੀ ਇਹ ਲੱਗਦਾ ਹੈ ਕਿ ਉਹ ਅਲੱਗ ਮਸਲਾ ਹੈ ਭਾਵੇਂ। ਪਰ ਦੇਖੋ ਕੀ ਸਾਡੀ ਕੀ ਸਥਿਤੀ ਹੈ। ਅਸੀਂ ਕੱਲ ਪਿੰਕੀ ਦੇ ਤੋਂ ਸ਼ੁਰੂ ਕੀਤਾ ਸੀ, ਪਿੰਕੀ ਕੈਟ ਤੋਂ, ਤੇ ਅੱਜ ਪਿੰਕੀ ਕੈਟ ਤੇ ਆ ਗਏ ਹਾਂ। ਪਿੰਕੀ ਕੈਟ ਦੀ ਫੋਟੋ ਲੱਗੀ ਹੋਈ ਹੈ। ਨਿਹੰਗ ਸਿੰਘ ਜਿਨ੍ਹਾਂ ਦੇ ਹੱਥੋਂ ਕਤਲ ਹੋਇਆ ਉਹ ਵੀ ਉੱਥੇ ਨੇ। ਹੁਣ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਮੁੱਦਾ ਲਈਏ ਕਿ ਬੰਦਿਆਂ ਦੇ ਚਿਹਰੇ ਲਈਏ, ਸਾਨੂੰ ਇਹ ਨਹੀਂ ਸਮਝ ਆਉਂਦੀ। ਹੁਣ ਜਦੋਂ ਜਿਨ੍ਹਾਂ ਬੰਦਿਆਂ ਨੇ ਗਾਈਡ ਕਰਨਾ, ਇਸ ਵੇਲੇ ਮੈਂ ਸਮਝਦਾ ਕਿ ਮੇਰੀ ਜਿਹੜੀ ਹੈ ਨਾ, ਮੈਂ SGPC ਨੂੰ ਕੁਛ ਨਹੀਂ ਕਹਿੰਦਾ, SGPC ਤੇ ਸਿਆਸੀ ਪਾਰਟੀ ਬਣ ਗਈ ਹੈ, ਪਰ ਮੈਂ ਅਕਾਲ ਤਖਤ ਦੇ ਜਥੇਦਾਰ ਤੋਂ ਮੈਨੂੰ ਮਤਲਬ ਬਹੁਤ ਆਸਾਂ ਨੇ, ਅਜੇ ਵੀ ਆਸਾਂ ਮੇਰੀ ਮਰੀਆਂ ਨਹੀਂ ਹਨ। ਇਸੇ ਕਰਕੇ ਮੈਂ ਐਡਰੈਸ ਹੀ ਉਹਨਾਂ ਨੂੰ ਆ। ਮੈਂ ਚਾਹੁੰਦਾ ਇਹ ਹਾਂ ਕਿ ਉਹ ਮਤਲਬ ਜਿਹੜੀ ਗੱਲ ਦਾ ਉਹਨੂੰ ਆਪ ਪਤਾ ਹੈ ਉਹ ਕਰ ਲੈਣ, ਉਹ ਸਿਆਣੇ ਬੰਦੇ ਨੇ, ਪਰ ਜਿਹੜੀ ਗੱਲ ਦਾ ਨਹੀਂ ਪਤਾ ਪੁੱਛ ਲੈਣ। ਮੈਂ ਸਿਆਸੀ ਪਾਰਟੀਆਂ ਬਾਰੇ ਇਸ ਵੇਲੇ, ਜਿਹੜੀ ਅਕਾਲੀ ਸਿਆਸੀ ਪਾਰਟੀਆਂ ਨੇ, ਸਿੱਖ ਸਿਆਸੀ ਪਾਰਟੀਆਂ ਨੇ, ਸਿੱਖ ਸਿਆਸਤ ਦੇ ਪੈਰੋਂ ਬਹੁਤ ਨੁਕਸਾਨ ਉਠਾ ਲਿਆ ਅਸੀਂ, ਤੇ ਇਸ ਵੇਲੇ ਇਹਨੂੰ ਸਿੱਖ ਸਿਆਸਤ ਤੱਕ ਲਿਆ ਕੇ ਖਿਲਾਰ ਨਹੀਂ ਦੇਣਾ ਚਾਹੀਦਾ। ਇਹਨੂੰ ਸਿੱਖ ਸਿਆਸਤ ਤੋਂ ਬਾਹਰ ਕੱਢ ਕੇ ਸਿੱਖ ਜਗਤ ਵਿੱਚ ਲੈ ਕੇ ਆਉਣਾ ਚਾਹੀਦਾ, ਸਿੱਖ ਘੇਰੇ ਵਿੱਚ ਲੈ ਕੇ ਆਉਣਾ ਚਾਹੀਦਾ, ਤੇ ਸਿੱਖ ਮੁੱਦੇ ਵਜੋਂ ਸਾਹਮਣੇ ਲਿਆਉਣਾ ਚਾਹੀਦਾ। ਮੈਂ ਸਮਝਦਾ ਲਿਆਉਣਾ ਚਾਹੀਦਾ। ਤੁਸੀਂ ਇਹ ਫੋਕਸ ਕੀਤਾ ਹੈ, ਤੁਸੀਂ ਇਹ ਕੁਐਸਚਨ ਕੀਤਾ ਹੈ, ਤੇ ਮੈਂ ਸਮਝਦਾ ਕਿ ਉਹ ਕੰਮ ਕੀਤਾ ਹੈ
ਜਿਹੜਾ ਤੁਸੀਂ ਸੁੱਤਿਆਂ ਨੂੰ ਜਗਾਉਣ ਵਾਸਤੇ ਬਹੁਤ ਜ਼ਰੂਰੀ ਸੀ। ਮੈਂ ਹੁਣ ਸਿੱਖ ਸਿਆਸਤ ਬਾਰੇ ਕਹਿਣਾ ਚਾਹੁੰਦਾ, ਮੇਰੀ ਹਾਲਤ ਇਸ ਵੇਲੇ ਇਹ ਹੈ, ਇਸ ਉਮਰ ਜਾਣ ਕੇ, ਕਿ ਮਤਲਬ ਇੱਕ ਸ਼ੇਅਰ ਹੈ ਪੁਰਾਣਾ, ਨਹੀਂ ਸੰਭਲੋਗੇ तो मिट जाओगे ए हिंदुस्तान वालों, तुम्हारी दास्तान तक ना होगी दास्तानों में। इस वेले सिख सियासत का हाल यह है कि वो दास्तान का हिस्सा होने तो पासे जा रहे हैं। उन्होंने जो मर्जी लगता हो, कल नूं पंजाब ते मतलब उन्होंने कब्जा भी हो जाए, सियासी कब्जा भी हो जाए, पर उन सिख मनां दे विच, सिख अचेत मन विच ये गल चली गई है कि वो अपने जिहड़ी गल उन्होंने चाहिए है, जिहदे वल ध्यान देना चाहिए, वो नहीं दे रहा। सरसे वाला संत जिहड़ा ठीक है, तुसीं ठीक कहा कि उन्होंने मतलब मौत की सजा हो गई है, 2 कतलों दे विच, जिन्हां दे विच नहीं, उम्र कैद, मैं दुरुस्त कर दिया, उम्र कैद दी, मौत दी नहीं, उम्र कैद दी जी। हाँ सच, उम्र कैद हो गई। उम्र कैद हुण अजकल लेटेस्ट ये है कि उम्र कैद का मतलब उम्र कैद है। अगे तो 14 साल सी ना, मैं वो तां ही कहना भी जिहड़ा उम्र कैद हो गया, ये तो 2 बार हो गया, मतलब हो गया, जां 1 बार होया, हुण होया, सच हुण होया। ते इहनूं मतलब देखो, मेरी तो इच्छा ये है कि वो भुगत रहा है, उन्हें जिहड़ी डिविनिटी खड़ी कर ली सी थोक ते। देखो पहला कतल उन्हें इस करके किया कि उस बंदे ने ये रिकॉर्ड ते लियाउण दी कोशिश की कि यह जनाहकारी है जी। दूजा कतल उन्हें इस करके किया भी अंदर बैठा है तो इनू सारिया गलों का पता है, ये मुद्दा जिहड़ा मरना चाहिए। मैं ये समझदा कि किहो जिही गल जिहड़ी है उत्थे सी, असीं उहदे बारे च जिहड़ी है ना अपनी गल जिहड़ी है वो सामने नहीं लिया पा रहे। मैं प्रोफैसर साहब मैं ਇਹਦੇ ਚ ਥੋੜਾ ਜਿਹਾ ਅੱਗੇ ਵਧਾਵਾਂ ਗੱਲ ਨੂੰ। ਸਵਾਲ ਇੰਨਾ ਹੈ, ਦੇਖੋ ਜਦੋਂ ਕਿਸੇ ਵਿਅਕਤੀ ਦੀ ਮਾਨਸਿਕਤਾ ਸਪਸ਼ਟ ਹੋ ਗਈ, ਇੱਕ ਕ੍ਰਿਮੀਨਲ ਅਪਰੋਚ ਸਪਸ਼ਟ ਹੋ ਗਈ, ਇੱਕ ਮਾਨਸਿਕਤਾ ਦੇ ਵਿੱਚ ਕ੍ਰਾਈਮ ਪਿਆ ਸਾਫ਼ ਕਰਤਾ ਭਾਰਤੀ ਸੰਵਿਧਾਨ ਨੇ 3 ਵਾਰੀ ਉਮਰ ਕੈਦ ਦੇ ਕੇ। ਪਹਿਲਾਂ ਤਾਂ ਕਹਿ ਸਕਦੇ ਸੀ ਕਿ ਤੁਸੀਂ ਕਿਸੇ ਨੂੰ ਸ਼ੱਕ ਦਾ ਲਾਭ ਦੇ ਦਿਓ। ਖੈਰ ਸਿੱਖ ਤੇ ਸਾਡੇ ਜਿਹੜੇ ਸਾਡਾ ਜਿਹੜਾ ਆਪਣਾ ਗੁਰੂਆਂ ਦਾ ਇੱਕ ਹੈ ਉਹ ਮਾਫ ਕਰਨ ਦਾ ਵੀ, ਲੇਕਿਨ ਜਦੋਂ ਕੋਈ ਸੰਵਿਧਾਨ ਸਬੂਤਾਂ ਸਮੇਤ ਇਹ ਗੱਲ ਕਹਿ ਦਿੰਦਾ ਹੈ ਕਿ ਇਹ ਵਿਅਕਤੀ ਦੀ ਮਾਨਸਿਕਤਾ ਕ੍ਰਾਈਮ ਵਾਲੀ ਹੈ, ਕ੍ਰਿਮੀਨਲ ਅਪਰੋਚ ਵਾਲਾ ਬੰਦਾ ਹੈ, ਉਸ ਤੋਂ ਬਾਅਦ ਜੇਕਰ ਸੋਚ ਸਮਝ ਕੇ ਗੁਰੂ ਦਾ ਬਾਣਾ ਪਾ ਕੇ ਭਾਵਨਾਵਾਂ ਨਾਲ ਖਲਵਾੜ ਹੋਇਆ ਸੀ ਤੇ ਉਹ ਕੇਸ ਵੀ ਅੱਧ ਚ ਮਰ ਮੁੱਕ ਗਿਆ ਸੀ, ਫਿਰ ਰੌਲੇ ਪੈਂਦੇ ਰਹੇ ਕਿ ਸਿਆਸੀ ਦਬਾਅ ਥੱਲੇ ਵਾਪਸ ਹੋ ਗਿਆ ਸੀ ਜੀ, ਔਰ ਬਦਕਿਸਮਤੀ ਨਾਲ ਉਦੋਂ ਸਰਕਾਰ ਵੀ ਆਪਣੇ ਆਂਦੀ ਸੀ। ਤੇ ਉਸ ਤੋਂ ਬਾਅਦ ਜੇਕਰ ਉਸ ਵਿਅਕਤੀ ਨੂੰ ਫਿਰ ਅਸੀਂ ਮੁਆਫ ਕਰਦੇ ਹਾਂ, ਉਹਨੂੰ ਫਿਰ ਅਸੀਂ ਉਹ ਮੁਆਫੀ ਨੂੰ ਰੱਦ ਕਰਦੇ ਹਾਂ, ਉਹ ਸਾਰੇ ਘਟਨਾਕ੍ਰਮ ਜਿੰਨੇ ਆ ਉਹਨਾਂ ਨੂੰ ਅੱਜ ਦੇ ਦਿਨ 'ਚ ਜਦੋਂ ਇੱਕ ਵਿਅਕਤੀ ਪੂਰੀ ਤਰ੍ਹਾਂ ਐਕਸਪੋਜ਼ ਹੋ ਗਿਆ ਕਿ ਇਹ ਬੰਦਾ ਨਹੀਂ ਠੀਕ, ਇਹ ਕ੍ਰਾਈਮ ਕਰ ਸਕਦਾ ਹੈ, ਤਾਂ ਉਸ ਮੌਕੇ ਤੇ ਤਾਂ ਜਿਨ੍ਹਾਂ ਲੋਕਾਂ ਨੇ ਇਹ ਐਕਟ ਕੀਤੇ, ਭਾਵੇਂ ਉਦੋਂ ਦੇ ਸਿੰਘ ਸਾਹਿਬਾਨ ਨੇ, ਮੈਂ ਗਿਆਨੀ ਗੁਰਬਚਨ ਸਿੰਘ ਜੀ ਦਾ ਸਤਿਕਾਰ ਕਰਨਾ ਚਾਹੂੰਗਾ ਕਿਉਂਕਿ ਉਹ ਅਕਾਲ ਤਖਤ ਦੇ ਜਥੇਦਾਰ ਰਹੇ ਬਤੌਰ ਜਥੇਦਾਰ, ਲੇਕਿਨ ਜੇਕਰ ਉਹ ਔਰ ਗਿਆਨੀ ਗੁਰਮੁਖ ਸਿੰਘ ਜਾਂ ਤਤਕਾਲੀ ਪ੍ਰਧਾਨ ਸ਼੍ਰੋਮਣੀ ਕਮੇਟੀ ਜਾਂ ਅਹੁਦੇਦਾਰ ਹੁਣ ਜਾਂ ਅਕਾਲੀ ਦਲ ਦੇ ਪ੍ਰਧਾਨ, ਕੀ ਉਹਨਾਂ ਮੌਕਿਆਂ ਤੇ ਹੋਈਆਂ ਗਲਤੀਆਂ ਨੂੰ ਤਸੱਵਰ ਕਰਕੇ ਵੱਡੇ ਨਹੀਂ ਹੋ ਸਕਦੇ, ਉਹਨਾਂ ਨੂੰ ਮੰਨ ਕੇ ਮਾਫੀ ਮੰਗ ਕੇ ਵੱਡੇ ਹੋ ਸਕਦੇ? ਕਿਉਂਕਿ ਜਦੋਂ ਤੁਸੀਂ ਅੱਖਾਂ ਮੀਟੋਗੇ ਤੁਸੀਂ ਇਹ ਨਾ ਸਮਝੋ ਕਿ ਲੋਕਾਂ ਨੇ ਵੀ ਅੱਖਾਂ ਮੀਟੀਆਂ। ਕਿਉਂ ਨਹੀਂ ਸਾਡੀ ਲੀਡਰਸ਼ਿਪ ਵੱਡੇ ਦਿਲ ਦਿਖਾਉਂਦੀ ਔਰ ਅਸੀਂ ਸੱਚਮੁੱਚ ਬੀਤੇ ਤੇ ਮਿੱਟੀ ਪਾ ਕੇ ਅੱਗੇ ਵਧਣ ਜੋਗੇ ਹੋ ਜਾਈਏ ਕਿ ਹਾਂ ਕੁਝ ਭੁੱਲਾਂ ਹੋਈਆਂ ਨੇ, ਉਹਦੇ ਲਈ ਸੰਗਤ ਮਾਫ ਕਰੇ। ਇਹ ਚੀਜ਼ ਹੈ ਸਰ, ਤਾਂ ਕਿ ਅੱਗੇ ਤੋਂ ਇੱਕ ਉਦਾਹਰਨ ਵੀ ਸੈੱਟ ਹੋ ਜਾਏ। ਬਿਲਕੁਲ ਤੁਹਾਡੀ ਗੱਲ ਠੀਕ ਹੈ ਰੰਧਾਵਾ ਸਾਹਿਬ। ਅਕਾਲੀ ਦਲ ਬਾਦਲ ਜਿਹੜਾ ਉਹਨਾਂ ਦੇ ਪੈਰੋਂ ਹੋਇਆ ਸੀ, ਉਹਨਾਂ ਨੂੰ ਇਹ ਹੈ ਵੀ ਜੇ ਅੱਜ ਸ਼ੁਰੂ ਕਰਦੇ ਹਾਂ, ਅੱਜ ਗੱਲ ਕਰਦੇ ਹਾਂ ਤੇ 92,000 ਦੇ ਇਸ਼ਤਿਹਾਰ ਦਿੱਤੇ ਹੋਏ ਸਾਹਮਣੇ ਆ ਜਾਣਗੇ। ਗੁਰਬਚਨ ਸਿੰਘ ਦਾ ਉਹਨਾਂ ਨੂੰ ਮੁਆਫ ਕਰਨਾ ਤੇ ਫਿਰ ਉਹਨਾਂ ਨੂੰ ਰਿਜੈਕਟ ਕਰਨਾ, ਇਹ ਸਾਹਮਣੇ ਆ ਜਾਏਗਾ। ਅਸਲ ਵਿੱਚ ਸਿਆਸਤਦਾਨ ਜਿਹੜਾ ਸਿਆਸੀ ਫੀਲਡ ਵਿੱਚ ਇਹ ਗੱਲਾਂ ਮਰੀਆਂ ਤੇ ਹੈ ਨਹੀਂ, ਉਹ ਆਲਰੇਡੀ ਉੱਥੇ ਨੇ। ਕੱਲ ਨੂੰ ਵੋਟ ਬੈਂਕ 'ਚ ਜਦੋਂ ਜਾਣਾ ਲੋਕਾਂ ਨੇ, ਜਿਹੜੀ ਅਕਾਲੀ ਵਿਰੋਧੀ ਪਾਰਟੀਆਂ ਨੇ, ਉਹਨਾਂ ਸਾਰਿਆਂ ਨੇ ਗੱਲ ਉਛਾਲਣੀ ਹੈ, ਪਰ ਅਸੀਂ ਤਾਂ ਉਹਨਾਂ ਨੂੰ ਇਹ ਚੇਤਾ ਕਰਾ ਰਹੇ ਹਾਂ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸਲ ਉਹ ਹੈ, ਸਿੱਖਾਂ ਵਿੱਚ ਵੱਡੀ ਤੋਂ ਵੱਡੀ ਗਲਤੀ ਕਰਕੇ ਮਾਫੀ ਮੰਗ ਜਾਣੀ ਤੇ ਉਹ ਮਾਫ ਹੋ ਜਾਂਦਾ, ਪਰ ਉਹਨੂੰ ਢੱਕ ਲੈਣਾ, ਉਹਨੂੰ ਢਕੀ ਰਿੱਝਣ ਦੇਣਾ, ਇਹ ਕਿਸੇ ਨੇ ਕਦੇ ਮਾਫ ਨਹੀਂ ਕੀਤਾ। ਇਸ ਵੇਲੇ ਇਹ ਗਲਤੀ ਜਿਹੜੀ ਅਕਾਲੀ ਦਲ ਵੱਲੋਂ ਹੋ ਰਹੀ ਹੈ, ਅਕਾਲੀ ਦਲ ਦੇ ਕੋਲ ਦੇਖੋ PTC ਪੂਰੇ ਦਾ ਪੂਰਾ ਉਹਨਾਂ ਦਾ ਚੈਨਲ ਹੈ, ਉੱਥੇ ਇੱਕ ਲਫ਼ਜ਼ ਨਹੀਂ ਕੋਈ ਬੋਲ ਰਿਹਾ। ਉਹ ਜਦੋਂ ਮਤਲਬ ਕੋਈ ਮਾੜੀ ਜਿਹੀ ਗੱਲ ਚੱਲਦੀ ਹੈ ਤੇ ਉਹ ਮਤਲਬ ਜਿਹੜਾ ਪਲੰਦਾ ਆਪਣਾ ਮਰਦੇ ਖੜਾ ਕਰਕੇ ਡਿਬੇਟ ਸ਼ੁਰੂ ਕਰ ਲੈਂਦੇ ਨੇ। ਕੋਈ ਡਿਬੇਟ ਨਹੀਂ ਹੋ ਰਹੀ, ਆਪਾਂ ਹੁਣ ਗੱਲ ਤੁਸੀਂ ਸ਼ੁਰੂ ਕਰਤੀ ਤੇ ਕਰ ਲੈਣਗੇ ਡਿਬੇਟ, ਪਰ ਡਿਬੇਟ ਕਰਕੇ ਇਹਨੂੰ ਮੁੱਦਾ ਕੀ ਬਣਾਉਂਦੇ ਨੇ?
ਦੇਖੋ ਇਸ ਵੇਲੇ ਜਦੋਂ ਮਤਲਬ ਜਿਹੜੀਆਂ ਹੈਗੀਆਂ ਨੇ ਕੋਰਟਾਂ, ਉਹਨਾਂ ਵਿੱਚ ਲੋਕਾਂ ਦਾ ਭਰੋਸਾ ਕਿਰਿਆ ਹੋਇਆ, ਕਿਉਂਕਿ ਸਾਨੂੰ ਬਡਗਾਲੀ ਦਾ ਨਹੀਂ ਮਿਲਿਆ, ਸਾਨੂੰ ਯੂਪੀ ਦਾ ਨਹੀਂ ਮਿਲ ਪਾ ਰਿਹਾ ਅਜੇ ਤੱਕ। ਉੱਥੇ ਜਿਹੜੇ ਹਾਲਾਤ ਨੇ ਉਹਦੇ ਮੁਤਾਬਕ ਸਾਨੂੰ ਨਿਆਂ ਨਹੀਂ ਮਿਲ ਪਾ ਰਿਹਾ ਉੱਥੇ। ਅਸੀਂ ਆਪਣੇ ਜ਼ੋਰ ਨਾਲ ਹੀ ਖੜੇ ਹਾਂ ਉੱਥੇ। ਉਸ ਹਾਲਤ ਵਿੱਚ ਇਹ ਜਿਹੜਾ ਫੈਸਲਾ ਹੈ ਮਤਲਬ ਸਰਸੇ ਵਾਲੇ ਸਾਹਿਬ ਦੇ ਖਿਲਾਫ, ਇਹ ਫੈਸਲੇ ਨੇ ਇਹ ਬਣਾਤਾ ਵੀ ਕੋਰਟਾਂ ਨਿਆਂ ਜੇ ਦੇਣ ਲੱਗਣ ਤੇ ਨਿਆਂ ਦੇ ਵੀ ਸਕਦੀਆਂ ਨੇ। ਮੈਨੂੰ ਮੇਰੇ ਵਾਸਤੇ ਇਹ ਇੱਕ ਆਸ ਬੱਝੀ ਹੈ, ਆਮ ਬੰਦੇ ਵਾਸਤੇ ਇਹ ਆਸ ਬੱਝੀ ਹੈ। ਹੁਣ ਇਸ ਆਸ ਵਿੱਚ ਜਿਹੜਾ ਕੋਈ ਵੀ ਪੋਲੀਟੀਸ਼ੀਅਨ ਹੈ ਉਹ ਕੀ ਭੂਮਿਕਾ ਨਿਭਾਉਂਦਾ ਹੈ? ਕੋਈ ਪੋਲੀਟੀਸ਼ੀਅਨ ਨਹੀਂ ਬੋਲ ਰਿਹਾ, ਕਿਉਂਕਿ ਪੋਲੀਟੀਸ਼ੀਅਨ ਜਦੋਂ ਦੇਖੋ ਸਰਸੇ ਵਾਲਾ ਸਾਧ ਸਾਬਤ ਹੋ ਗਿਆ ਵੀ ਉਹ ਕ੍ਰਿਮੀਨਲ ਹੈ, ਇਹ ਸਾਬਤ ਹੋ ਗਿਆ। ਪਰ ਡੇਰਾ ਤੇ ਜੇ ਵੀ ਕਾਇਮ ਹੈ, ਡੇਰੇ ਦੇ ਅੰਧ ਭਗਤ ਵੀ ਕਾਇਮ ਨੇ। ਅੰਧ ਭਗਤ ਕਿਸੇ ਦੇ ਵੀ, ਭਾਵੇਂ ਉਹ ਡੇਰੇ ਦੇ ਹੋਣ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੋਣ, ਤੇ ਭਾਵੇਂ ਉਹ ਕਿਸੇ ਕਾਂਗਰਸ ਦੇ ਹੋਣ, ਭਾਵੇਂ ਉਹ ਕਿਸੇ ਮਤਲਬ ਆਪ ਵਾਲਿਆਂ ਦੇ ਹੋਣ, ਅੰਧ ਭਗਤ ਹੁੰਦਾ ਹੈ। ਅੰਧ ਭਗਤ ਕਦੇ ਵੀ ਕੋਈ ਗੱਲ ਜਿਹੜੀ ਹੈ ਉਹ ਫਾਇਦਾ ਨਹੀਂ ਦਿੰਦਾ, ਉਹ ਤੇ ਫਾਇਦਾ ਲੈਣ ਵਾਸਤੇ ਅੰਧ ਭਗਤ ਹੁੰਦਾ ਹੈ। ਜਿਹੜਾ ਅੰਧ ਭਗਤ ਜਿਹੜਾ ਉਹਨੂੰ ਮਾਫ ਕੀਤਾ ਜਾ ਸਕਦਾ ਇੱਕ ਲੈਵਲ ਤੇ ਜਾ ਕੇ। ਪਰ ਮੈਂ ਤੇ ਸਿੱਖ ਹਾਂ ਤੇ ਮੈਨੂੰ ਸੱਚੇ ਪਾਤਸ਼ਾਹ ਹਜ਼ੂਰ ਨੇ ਬਾਣੀ ਰਾਹੀਂ ਦੱਸਿਆ ਹੋਇਆ ਹੈ ਕਿ ਅਗਿਆਨ ਸਭ ਤੋਂ ਵੱਡਾ ਮਤਲਬ ਦੋਸ਼ ਹੈ। ਅਗਿਆਨੀ ਜਿਹੜਾ ਹੈ ਉਹਨੂੰ ਮਾਫ ਨਹੀਂ ਕੀਤਾ ਜਾ। ਅਗਿਆਨੀ ਨੂੰ ਤੇ ਮਤਲਬ ਇਹ ਜਿਹੜੀ ਹੈ ਨਾ ਉਹਦੇ ਪੈਰਾਂ ਹੀ ਸਾਰਾ ਕੁਝ, ਸਾਰੀਆਂ ਜਿਹੜੀਆਂ ਉਧਰ ਧੁਮੀਆਂ ਹੁੰਦੀਆਂ ਨੇ ਉਹ ਅਗਿਆਨੀ ਨੂੰ ਦੇ ਆਸਰੇ ਨਾਲ ਹੁੰਦੀਆਂ ਨੇ, ਅਗਿਆਨ ਦੇ ਆਸਰੇ ਨਾਲ ਹੁੰਦੀਆਂ ਨੇ। ਅਗਿਆਨ ਤੋਂ ਬਾਹਰ ਨਿਕਲਣਾ ਚਾਹੀਦਾ। ਹੁਣ ਤੇ ਅਗਿਆਨ ਵੀ ਨਹੀਂ, ਕੋਰਟ ਨੇ ਫੈਸਲਾ ਦਿੱਤਾ ਤੇ ਪਹਿਲੀ ਵਾਰ ਕੋਰਟ ਨੇ ਫੈਸਲੇ ਦੇ ਨਾਲ ਹੀ ਜੱਜਮੈਂਟ ਦੇ ਦਿੱਤੀ। ਪੱਤਰਕਾਰਾਂ ਕੋਲ ਜੱਜਮੈਂਟ ਆ ਗਈ, ਪੱਤਰਕਾਰ ਜੱਜਮੈਂਟ ਕੋਰਟ ਕਰ ਰਹੇ ਨੇ। ਕਿਸੇ ਪੋਲੀਟੀਸ਼ੀਅਨ ਦਾ ਕੋਈ ਇੰਟਰਸਟ ਨਹੀਂ ਹੈ, ਭਾਜਪਾ ਦਾ ਕੋਈ ਇੰਟਰਸਟ ਨਹੀਂ ਹੈ, ਅਕਾਲੀ ਦਲ ਦਾ ਕੋਈ ਇੰਟਰਸਟ ਨਹੀਂ ਹੈ, ਕਾਂਗਰਸ ਦਾ ਕੋਈ ਇੰਟਰਸਟ ਨਹੀਂ ਹੈ, ਆਪ ਦਾ ਕੋਈ ਇੰਟਰਸਟ ਨਹੀਂ ਹੈ। ਕਿਉਂ ਨਹੀਂ ਹੈ? ਮੈਂ ਇਹ ਗੱਲ ਕਹਿਣਾ ਚਾਹੁੰਦਾ, ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਨਾ, ਇਹਦੇ ਚ ਕੁਝ ਚੀਜ਼ਾਂ ਐਡ ਕਰਨਾ ਚਾਹੂੰਗਾ ਕਿਉਂਕਿ ਤੁਹਾਡੀ ਸਪਸ਼ਟ ਬਿਆਨੀ ਮੈਨੂੰ ਚੰਗੀ ਲੱਗਦੀ ਹੈ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹੈ ਕਿ ਜਿੰਨਾ ਤੁਸੀਂ ਅੰਧ ਭਗਤਾਂ ਦੀ ਗੱਲ ਕਰਦੇ ਹੋ, ਜਿਹੜੀ ਆਸਥਾ ਹੈ ਉਹਦੇ ਤੇ ਕਿਸੇ ਦਾ ਕੋਈ ਅਧਿਕਾਰ ਨਹੀਂਗਾ। ਕੋਈ ਵੀ ਕਿਸੇ ਧਰਮ ਨੂੰ ਮੰਨ ਸਕਦਾ। ਅਸੀਂ ਕਿਸੇ ਡੇਰੇ ਨੂੰ ਜਾਂ ਕਿਸੇ ਧਰਮ ਵਿਸ਼ੇਸ਼ ਨੂੰ ਜਾਂ ਕਿਸੇ ਦੇ ਵੀ ਖਿਲਾਫ ਨਹੀਂ। ਹਰੇਕ ਬੰਦੇ ਦਾ ਮੌਲਿਕ ਅਖਤਿਆਰ ਆ ਕਿ ਉਹ ਜਿਹੜੀ ਮਰਜ਼ੀ ਰੱਬ ਨੂੰ ਮੰਨ ਲਏ ਤਾਂ ਜਿਹੜੀ ਮਰਜ਼ੀ ਭਾਵਨਾ ਦੇ ਨਾਲ ਜੁੜ ਜਾਏ। ਲੇਕਿਨ ਗੱਲ ਇਹ ਹੈ ਕਿ ਜਿੱਥੇ ਕਿਤੇ ਖਿਲਵਾੜ ਹੁੰਦਾ ਦੂਜਿਆਂ ਨਾਲ, ਉਹਦੇ ਖਿਲਾਫ ਬੋਲਣਾ ਬਣਦਾ ਹੈ। ਡੇਰਾਵਾਦ ਜੇ ਬਣਿਆ ਹੈ ਤਾਂ ਉਹਦੇ ਵਿੱਚ ਲੀਡਰਸ਼ਿਪ ਦੀਆਂ ਗਲਤੀਆਂ। ਜੇ ਕੋਈ ਆਪਣਾ ਦੂਜਿਆਂ ਵੱਲ ਤੁਰ ਜਾਂਦਾ ਹੈ ਤਾਂ ਇਹਦਾ ਮਤਲਬ ਸਾਡੇ ਤੋਂ ਸੰਤੁਸ਼ਟ ਨਹੀਂ, ਉਹਦੇ ਤੇ ਕੰਮ ਕੀਤਾ ਜਾ ਸਕਦਾ। ਪਰ ਤੁਰ ਗਏ ਨੂੰ ਤੁਸੀਂ ਮਾੜਾ ਕਹਿ ਕੇ ਨਿੰਦ ਨਹੀਂ ਸਕਦੇ ਕਿਉਂਕਿ ਉਹ ਤੁਹਾਨੂੰ ਰੱਦ ਕਰਕੇ ਗਿਆ। ਮੈਂ ਇੱਕ ਸਵਾਲ ਜਿਹੜਾ ਉਠਾਉਣਾ ਚਾਹੁੰਦਾ ਉਹ ਇਹ ਹੈ ਕਿ ਹੁਣ ਜਦੋਂ ਜੇ ਮੰਨ ਲਓ ਇਹ ਧਿਰਾਂ ਨਹੀਂ ਬੋਲਦੀਆਂ, ਇਹ ਧਿਰਾਂ ਜੇ ਨਹੀਂ ਬੋਲਦੀਆਂ ਤਾਂ ਸਾਡੇ ਕੌਮੀ ਸਰਬਰਾਹ ਨੇ, ਸਾਡੇ ਕੌਮੀ ਆਗੂ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਘਟਨਾਵਾਂ ਨੂੰ ਬਰੀਕੀ ਨਾਲ ਆਪਣੇ ਵਿਸ਼ਲੇਸ਼ਣ ਦੇ ਵਿੱਚ ਜਾਂ ਉਹ ਇਨਵੈਸਟੀਗੇਸ਼ਨ ਚ ਲਿਆ ਸਕਦੇ ਆ, ਇਸ ਮੁੱਦੇ ਨੂੰ ਖੋਲ ਸਕਦੇ ਆ, ਕੌਮ ਦੇ ਸਾਹਮਣੇ ਇਹ ਧੁੰਦਲਕਾ ਮਿਟਾ ਸਕਦੇ ਆ ਕਿ ਕੀ ਕੁਝ ਵਾਪਰਿਆ। ਅਜੇ ਵੀ ਉਸ ਪੀੜ ਨੂੰ ਯਾਦ ਕਰਕੇ ਲੋਕ ਤੰਗ ਪਰੇਸ਼ਾਨ ਹੁੰਦੇ ਆ, ਜਿਹਦੀ ਅੱਗੇ ਆ ਕੇ ਲੜੀ ਟੁੱਟਦੀ ਆ 2015 ਦੀਆਂ ਬੇਅਦਬੀਆਂ ਤੇ। ਜਦੋਂ ਇਹ ਮੁਆਫੀ ਤੋਂ ਲੈ ਕੇ 2015 ਤੇ ਫਿਰ 2017 ਦੀ ਇਲੈਕਸ਼ਨ ਤੱਕ ਤੇ ਅੱਜ ਤੱਕ ਉਹ ਇਨਸਾਫ ਨਹੀਂ ਮਿਲੇ। ਜਥੇਦਾਰ ਅਕਾਲ ਤਖਤ ਇਹਨਾਂ ਲੋਕਾਂ ਨੂੰ ਬੁਲਾ ਸਕਦੇ ਆ ਜਿਹੜੇ ਵੀ ਉਸ ਮੌਕੇ ਤੇ ਹਾਜ਼ਰ ਸੀ। ਉਹ ਆਪਣੇ ਪੁਰਾਣੇ ਕੁਲੀਗ ਜਿਹੜੇ ਆ, ਆਪਣੇ ਤਤਕਾਲੀ ਜਥੇਦਾਰ ਨੂੰ ਵੀ ਸੱਦ ਸਕਦੇ ਆ, ਦੋਨਾਂ ਤਿੰਨਾਂ ਪੰਜਾਂ ਜਥੇਦਾਰਾਂ ਨੂੰ ਸੱਦ ਸਕਦੇ ਆ। ਜੇ ਕਿਧਰੇ ਹੋਰ ਲੜੀ ਜੁੜਦੀ ਜਾਂਦੀ ਆ ਤਾਂ ਇੱਕ ਵਾਰੀ ਕੌਮ ਦੇ ਸਾਹਮਣੇ ਕਲੀਅਰ ਤਾਂ ਕਰ ਦੇਣ ਕਿ ਇਹ ਮੁਆਫੀ ਲਈ ਪ੍ਰਪੰਚ ਕਿੱਥੇ ਰਚਿਆ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੀ ਇਨਵੈਸਟੀਗੇਸ਼ਨ 'ਚ ਜਿਹੜੀ ਰੱਦ ਕਰਤੀ ਗਈ, ਕਈ ਕੁਝ ਕਹਿੰਦੇ ਆ, ਉਹਦੇ ਵਿੱਚ ਅਕਸ਼ੇ ਕੁਮਾਰ ਦਾ ਵੀ ਜਿਹੜਾ ਉਹ ਬਿਆਨ ਲਿਆ ਜਾਂਦਾ ਹੈ ਤੇ ਉਹਦੇ ਵਿੱਚ ਸਰਦਾਰ ਤਰਲੋਚਨ ਸਿੰਘ ਦਾ ਵੀ ਬਿਆਨ ਲਿਆ ਜਾਂਦਾ ਹੈ ਜਿਨ੍ਹਾਂ ਨੇ ਚਿੱਠੀ ਲਿਖਵਾਈ। ਔਰ ਜਿਹੜੇ ਹੋਰ ਵੀ ਬਹੁਤ ਸਾਰੇ ਲੋਕ ਆ ਉਹਨਾਂ ਦੇ ਬਿਆਨ ਕਲਮਬੰਦ ਹੋਏ ਆ। ਲੇਕਿਨ ਇੱਕ ਵਾਰੀ ਸਾਡਾ ਕੌਮੀ ਤੌਰ ਤੇ ਇਨਵੈਸਟੀਗੇਸ਼ਨ ਹੋ ਜੇ, ਇੱਕ ਵਾਰੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣ। ਅਹੁਦੇ ਤਾਂ ਆਉਂਦੇ ਜਾਂਦੇ ਚੀਜ਼ ਆ, ਕਿੰਨੇ ਜਥੇਦਾਰ ਹੋ ਕੇ ਚਲੇ ਗਏ, ਲੇਕਿਨ ਇਤਿਹਾਸ ਵਿੱਚ ਉਹਨਾਂ ਦੇ ਨਾਂ ਜਿਨ੍ਹਾਂ ਨੇ ਖੰਡਾ ਖੜਕਾਇਆ ਕਰ ਦੇਣ ਤਾਂ ਗੱਲ ਕਲੀਅਰ ਕਰ ਦੇਣ ਤਾਂ ਤਖਤ ਦੇ ਵੱਡੇ ਜਥੇਦਾਰ ਹੋਣ ਦਾ ਹੱਕ ਅਦਾ। ਕੀ ਕਹਿੰਦੇ? ਮੈਨੂੰ ਤੁਹਾਡੀ ਗੱਲ ਨੂੰ ਮੈਂ ਪਹਿਲੀ ਗੱਲ ਤੇ ਇੱਕ ਲਫ਼ਜ਼ ਆਸਥਾ ਆਇਆ ਸੀ, ਉਹਨੂੰ ਲੈ ਕੇ ਤੁਹਾਨੂੰ ਤੁਸੀਂ ਜਸਟੀਫਾਈ ਕਰਦੇ। ਕੋਈ ਆਸਥਾ ਦੇ ਦੋ ਮਾਇਨੇ ਨੇ, ਇੱਕ ਮਾਇਨਾ ਹੈ ਅੰਧ ਭਗਤ ਤੇ ਇੱਕ ਹੈ ਕਮਿਟਮੈਂਟ, ਵਚਨਬੱਧਤਾ। ਵਚਨਬੱਧਤਾ ਕਮਿਟਮੈਂਟ ਜਿਹੜੀ ਆ ਉਹਨੂੰ ਲੈ ਕੇ ਕੋਰਟਾਂ ਫੈਸਲਾ ਕਰ ਰਹੀਆਂ ਨੇ ਆਸਥਾ ਦੇ ਹੱਕ ਵਿੱਚ।
ਅੰਧ ਭਗਤ ਨੂੰ ਲੈ ਕੇ ਨਹੀਂ ਕਰ ਰਹੀਆਂ, ਮੈਂ ਅੰਧ ਭਗਤਾਂ ਦੀ ਗੱਲ ਕਰ ਰਿਹਾ। ਉਹ ਇੱਕ ਆਸਪੈਕਟ ਇੱਕ ਉਹਦਾ। ਦੂਜੀ ਗੱਲ ਜਥੇਦਾਰ ਬਾਰੇ ਜਿਹੜੀ ਤੁਸੀਂ, ਜਥੇਦਾਰ ਦੀ ਪ੍ਰੋਬਲਮ ਇਹ ਹੈ ਇਸ ਵੇਲੇ ਕਿ ਜਥੇਦਾਰ ਜਿਹੜਾ ਹੈ ਉਹ ਕਾਨਸੈਪਟ ਦੇ ਲੈਵਲ ਤੇ ਜਿਹੜਾ ਪੰਥਕ ਓਪੀਨੀਅਨ ਹੈ, ਕਲੈਕਟਿਵ ਓਪੀਨੀਅਨ ਹੈ ਜਿਹੜੀ ਸਿੱਖਾਂ ਦੀ, ਉਹਨੂੰ ਕਨਵੇ ਕਰਨ ਦਾ ਮਾਧਿਅਮ ਹੈ, ਅਥਾਰਟੀ ਨਹੀਂ ਹੈ ਉਸ ਤਰ੍ਹਾਂ। ਪਰ ਜਥੇਦਾਰ ਆਪਣੇ ਆਪ ਬੋਲਦਾ ਜਦੋਂ, ਆਪਣੀ ਰਾਏ ਦੇਣ ਲੱਗਦਾ ਹੈ ਤੇ ਉਹਦੀ ਰਾਏ ਹੋ ਜਾਂਦੀ ਹੈ, ਤੇ ਉਹ ਇਸ ਗੱਲ ਤੋਂ ਡਰ ਰਿਹਾ ਕਿ ਮੇਰੀ ਰਾਏ ਜਿਹੜੀ ਹੈ ਉਹ ਗਲਤ ਹੋਵੇ। ਠੀਕ, ਜਥੇਦਾਰ ਨੂੰ ਚਾਹੀਦਾ ਸੀ ਵੀ ਜਿਹੜੀ ਗੱਲ ਤੁਸੀਂ ਰੇਜ਼ ਕੀਤੇ ਨੇ ਸਵਾਲ, ਸਾਰੇ ਇਹਨਾਂ ਸਵਾਲਾਂ ਤੇ ਕੰਸੈਂਸਸ ਬਣਾਉਣ ਵਾਸਤੇ ਜਿਹੜੀ ਚੇਤਨਾ ਹੈ, ਜਿਹੜੀ ਕਮਿਟਮੈਂਟ ਹੈ, ਉਹਨਾਂ ਦੇ ਪ੍ਰਤੀਨਿਧਾਂ ਨਾਲ ਗੱਲ ਕਰਦੇ, ਉਹਨਾਂ ਨੂੰ ਸੱਦਦੇ ਔਰ ਉਹ ਰਿਕਾਰਡ ਕਰਦੇ। ਦੇਖੋ ਇੱਕ ਗੱਲ ਬੜੀ ਕਲੀਅਰ ਹੈ, ਇਸ ਯੁੱਗ ਵਿੱਚ ਤੁਸੀਂ ਅੰਦਰ ਵੜ ਕੇ ਫੈਸਲਾ ਲੈ ਲਓ ਤੇ ਕੋਈ ਮਹਿਣਾ ਨਹੀਂ ਹੈ। ਇਹ ਡੈਮੋਕ੍ਰੈਟਿਕ ਯੁੱਗ ਹੈ, ਇੱਥੇ ਹਰ ਬੰਦੇ ਦੀ ਰਾਏ ਹੈ। ਇੱਥੇ ਸਾਨੂੰ ਉਹ ਗੱਲ ਕਰਨੀ ਪੈਗੀ ਜਿਹੜੀ ਸਾਰੇ ਬੰਦਿਆਂ ਨੂੰ ਦੇ ਨੋਟਿਸ ਹੋਵੇ, ਉਹ ਓਪਨ ਕਰਨੀ ਚਾਹੀਦੀ ਆ। ਇੰਟਰਨੈਟ ਦਾ ਯੁੱਗ ਹੈ ਵੀ ਜਿਹੜਾ ਬੰਦਾ ਇਹਦੇ ਨਾਲ ਨਹੀਂ ਸਹਿਮਤ ਉਹ ਲਿਖ ਕੇ ਭੇਜੇ। ਹਾਲਾਂਕਿ ਮਤਲਬ ਸਿੱਖਾਂ ਵਿੱਚ ਬੜੀ ਸੌਖੀ ਗੱਲ ਹੈ, ਜਿਹੜੀ ਗੱਲ ਨੂੰ ਤੁਸੀਂ ਬੰਦ ਕਰਨਾ ਹੈ ਉਹਨੂੰ ਕਹਿ ਦਿਓ ਲਿਖ ਕੇ ਭੇਜੋ, ਕੋਈ ਨਹੀਂ ਲਿਖ ਕੇ ਭੇਜਦਾ, ਕੋਈ ਰਿਸਪੌਂਡ ਹੀ ਨਹੀਂ ਕਰਦਾ। ਮਤਲਬ ਇਹਦੇ ਕਰਕੇ ਜਥੇਦਾਰ ਦੀ ਜਿਹੜੀ ਇਸ ਵੇਲੇ ਦਾ ਜਥੇਦਾਰ ਹੈ, ਇਹਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਬਣ ਗਈ ਹੈ। ਉਹਨੇ ਮਾਡਰਨ ਜਿਹੜੇ ਨਾਲ ਜਿਹੜੀਆਂ ਅਨਲੀਸ਼ ਹੋ ਗਈਆਂ ਤਾਕਤਾਂ, ਉਹਨੂੰ ਵੀ ਐਡਰੈਸ ਕਰਨਾ ਹੈ ਤੇ ਆਪਣੀ ਜਿਹੜੀ ਆਸਥਾ ਵਾਲੇ ਲੋਕ ਨੇ ਉਹਨਾਂ ਨੂੰ ਵੀ ਐਡਰੈਸ ਕਰਨਾ ਹੈ। ਪਰ ਮੈਂ ਸਮਝਦਾ ਕਿ ਦੋਨਾਂ ਚੀਜ਼ਾਂ ਐਡਰੈਸ ਨਹੀਂ ਹੁੰਦੀਆਂ। ਇਸ ਵੇਲੇ ਹਾਲਤ ਇਹ ਹੈ ਕਿ ਸਰਸੇ ਵਾਲਾ ਸਾਧ ਜਿਹੜਾ ਇਹ ਪੰਜਾਬ ਦੇ ਕਲੇਸ਼ ਦੀ ਜੜ ਹੈ ਜੀ। ਪੰਜਾਬ ਦੇ ਨੇ ਇਹਦੇ ਪੈਰੋਂ ਬਹੁਤ ਨੁਕਸਾਨ ਉਠਾਏ ਨੇ। ਉਸ ਨੁਕਸਾਨਾਂ ਦੇ ਵਾਸਤੇ ਆ ਮੌਕਾ ਆ ਗਿਆ ਸੀ ਕਿ ਅਸੀਂ ਪਬਲਿਕ ਮਾਈਂਡ ਵਿੱਚ ਜਿਹੜਾ ਧੁੰਦਲਕਾ ਹੈ ਉਹਨੂੰ ਸਾਫ਼ ਕਰੀਏ, ਪਬਲਿਕ ਮਾਈਂਡ ਵਿੱਚ ਜਾ ਕੇ ਗੱਲ ਕਰੀਏ ਕਿ ਜਿਹੜੇ ਬੰਦੇ ਇਹਦੇ ਨਾਲ ਲੱਗੇ ਸੀ ਉਹਨਾਂ ਨੂੰ ਵਾਪਸ ਆਉਣ ਦੀ ਮਤਲਬ ਦਾ ਰਾਹ ਲਈਏ। ਪਰ ਅਸੀਂ ਕੁਝ ਨਹੀਂ ਕਰ ਰਹੇ, ਅਸੀਂ ਉਸ ਵਾਸਤੇ ਨਹੀਂ ਕਰ ਰਹੇ। ਮੈਂ ਇਹ ਸਮਝਦਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੋ ਹੋ ਗਿਆ ਹੈ ਉਹਦਾ ਵੀ ਰਿਵਿਊ ਹੋਣਾ ਚਾਹੀਦਾ। ਜੋ ਗੁਰਬਚਨ ਸਿੰਘ ਉਹਨਾਂ ਨੇ ਕੀਤਾ ਉਹ ਵੀ ਕੌਮ ਦੇ ਸਾਹਮਣੇ ਵਾਇਆ ਜਥੇਦਾਰ ਅਕਾਲ ਤਖਤ ਆਉਣਾ ਚਾਹੀਦਾ, ਉਹ ਨਹੀਂ ਆ ਰਿਹਾ। ਇਹਦਾ ਮਤਲਬ ਇਹ ਹੈ ਕਿ ਅਸੀਂ ਸਿਆਸਤਦਾਨ ਵਾਂਗੂ ਮਿੱਟੀ ਪਾਉਣ ਵਿੱਚ ਯਕੀਨ ਕਰਦੇ ਹਾਂ। ਗੱਲ ਬੰਦ ਕਰੋ ਜੀ, ਛੱਡੋ ਜੀ, ਕੀ ਸਿਆਪਾ ਹੈ। ਬਾਦਲ ਸਾਹਿਬ ਦਾ ਬੜਾ ਸਿਰ ਕਿ ਛੱਡੋ ਜੀ, ਮਿੱਟੀ ਪਾਓ। ਮਿੱਟੀ ਪਾਉਣ ਨਾਲ ਬਹੁਤ ਸਾਰੀਆਂ ਗੱਲਾਂ ਉਦੋਂ ਤੇ ਮੌਕੇ ਤੇ ਵੱਧ ਜਾਂਦੀਆਂ ਨੇ, ਪਰ ਉਹ ਗੱਲਾਂ ਜਿਹੜੀਆਂ ਨੇ ਪਬਲਿਕ ਮਾਈਂਡ ਦੇ ਜਿਹੜਾ ਨਿਮਨ ਚੇਤਨ ਹੈ, ਸਬ ਕੌਨਸ਼ੀਅਸ ਹੈ, ਉਹਦੇ 'ਚ ਵੜ ਜਾਂਦੀਆਂ ਨੇ। ਜਿਹੜਾ ਕਮਿਊਨਿਟੀ ਦਾ ਨਿਮਨ ਚੇਤਨ ਹੈ ਨਾ, ਉਹ ਬਹੁਤ ਪਾਵਰਫੁਲ ਹੈ। ਉਹਦੇ ਵਿੱਚ ਅਜੇ ਤੱਕ ਉਹ ਸਪਿਰਿਟ ਸਾਰੀ ਪਈ ਹੈ ਜਿਹੜੀ ਪੰਥ ਦੀ ਹੈ, ਜਿਹੜੀ ਸੀਤਲ ਦੀਆਂ ਵਾਰਾਂ ਵਿੱਚ ਸੀ। ਚੜਿਆ ਪੁੱਤ ਦਸ਼ਮੇਸ਼ ਦਾ, ਉਹ ਪਬਲਿਕ ਮਾਈਂਡ 'ਚ ਪਿਆ ਹੈ। ਅੱਜ ਵੀ ਸੀਤਲ ਦੀ ਵਾਰ ਜਿਹੜੀ ਆ ਗਾ ਕੇ ਦੇਖੋ, ਲੋਕ ਮਤਲਬ ਖੜੇ ਹੋ ਜਾਣਗੇ। ਅੱਜ ਵੀ ਢੋਲ ਦੀ ਟਾਪ ਤੇ ਪੈਰ ਆਪਣੇ ਆਪ ਉੱਠਦਾ ਹੈ। ਪਬਲਿਕ ਮਾਈਂਡ ਵਿੱਚ ਜਿਹੜੀ ਆ ਸਭ ਕੁਝ ਇੰਟੈਕਟ ਪਿਆ ਹੁੰਦਾ ਹੈ, ਸਿਰਫ ਉਹ ਉਹਲੇ 'ਚ ਪਿਆ ਹੁੰਦਾ ਹੈ, ਉਹਨੂੰ ਹੀ ਉਡੇਸਣਾ ਹੁੰਦਾ ਹੈ। ਅਸੀਂ ਪਬਲਿਕ ਮਾਈਂਡ ਤੇ ਜਿਹੜੀ ਸਾਡੀ ਮਤਲਬ ਪ੍ਰੈਜ਼ੈਂਟ ਲੋੜਾਂ ਨੇ ਉਹਨਾਂ ਨੂੰ ਰਲਾ ਕੇ ਤੋਰਨਾ ਹੈ। ਸਿੱਖ ਧਰਮ ਨੇ ਉਹਦੇ ਵਾਸਤੇ ਵਿਧੀਆਂ ਦਿੱਤੀਆਂ ਸਨ, ਉਹਨਾਂ ਵਿਧੀਆਂ ਨੂੰ ਅਸੀਂ ਨਹੀਂ ਵਰਤ ਰਹੇ। ਉਹ ਵਿਧੀਆਂ ਜਿਹੜੀਆਂ ਨੇ ਇਸ ਵੇਲੇ ਹੁਣ ਹਾਲਤ, ਸਾਡੀ ਤੇ ਹਾਲਤ ਇਹ ਹੋ ਗਈ ਹੈ ਕਿ ਇਸ ਵੇਲੇ ਉਹ ਵੀ ਇੱਕ ਪੁਰਾਣਾ ਸ਼ੇਰ ਹੈ ਕਿ ਦੀਵਾਰ ਕਿਆ ਟੂਟੀ ਮੇਰੇ ਘਰ ਕੀ, ਲੋਗੋਂ ਨੇ ਮੇਰੇ ਸਹਿਨ ਸੇ ਰਸਤੇ ਬਣਾ ਲਈਏ। ਅਸੀਂ ਜਦੋਂ ਜਿਵੇਂ ਜਿਸ ਮਾਤਰਾ ਵਿੱਚ ਕਮਜ਼ੋਰ ਹੋਏ ਹਾਂ, ਜਾਂ ਐਂ ਕਹੋ ਜਿਸ ਮਾਤਰਾ ਵਿੱਚ ਸਿੱਖ ਸਿਆਸਤ ਨੇ ਸਿੱਖੀ ਨੂੰ ਕਮਜ਼ੋਰ ਕਰ ਦਿੱਤਾ ਹੈ, ਉਹਨੂੰ ਜਿਵੇਂ ਮਰਜ਼ੀ ਕੋ ਵਰਤਣ ਲੱਗ ਪਿਆ। ਇਹ ਜਿਵੇਂ ਮਰਜ਼ੀ ਅੱਜ ਤੋਂ ਨਹੀਂ ਵਰਤਦਾ, ਇਹ ਪਹਿਲਾਂ ਤੋਂ ਹੀ ਜਦੋਂ ਸਿੱਖੀ ਜਿਹੜੀ ਸਿੱਖ ਸਿਆਸਤ ਹੈ ਉਹ ਸਿੱਖੀ ਨੂੰ ਕਮਜ਼ੋਰ ਕਰਦੀ ਸੀ ਤੇ ਉਹਦੇ ਚੋਂ ਨਿਰੰਕਾਰੀ ਨਿਕਲੇ। ਜਦੋਂ ਕਮਜ਼ੋਰ ਕਰਦੀ ਸੀ ਉਦੋਂ ਰਾਧਾ ਸਵਾਮੀ ਨਿਕਲੇ, ਜਦੋਂ ਕਮਜ਼ੋਰ ਕਰਦੀ ਸੀ ਉਹ ਕੂਕੇ ਨਿਕਲੇ। ਜਦੋਂ ਕਮਜ਼ੋਰ ਕਰੂਗੀ ਤੇ ਉਹਦੇ 'ਚ ਹੋਰ ਬਹੁਤ ਕੁਝ ਨਿਕਲਣਗੇ। ਅੱਜ ਉਹਦੇ 'ਚ ਮਤਲਬ ਬਹੁਤ ਸਾਰੀ ਸਿਆਸੀ ਚੇਤਨਾ ਨਿਕਲ ਰਹੀ ਹੈ। ਤੁਸੀਂ ਮਤਲਬ ਮੈਂ ਉਹਦੇ ਵੱਲ ਜਾਣਾ ਨਹੀਂ ਚਾਹੁੰਦਾ, ਆਡ ਇਸ਼ੂ ਹੈ। ਮੈਂ ਇੱਥੇ ਲਿਆਉਣਾ ਚਾਹੁੰਦਾ ਤੁਹਾਡੀ ਗੱਲ ਜਿਹੜੀ ਆਪਾਂ ਅੱਜ ਕਰ ਰਹੇ ਹਾਂ ਕਿ ਸਰਸੇ ਵਾਲਾ ਸਾਧ ਇੱਕ ਜਿੰਦਾ ਮਸਲਾ ਹੈ, ਬੜਾ ਭਖਦਾ ਮਸਲਾ ਹੈ। ਇਹਦੇ ਤੇ ਆਪਣੀ ਓਪੀਨੀਅਨ ਜਿਹੜੀ ਹੈ ਉਹ ਨਾ ਕੇਵਲ ਸਿੱਖਾਂ ਨਾਲ ਸਗੋਂ ਹਿੰਦੁਸਤਾਨ ਦੇ ਲੋਕਾਂ ਨਾਲ ਸਾਂਝੀ ਕਰਨ ਦੀ ਲੋੜ ਹੈ ਕਿ ਭਾਈ ਅਸੀਂ ਸਿੱਖ ਦੇ ਤੌਰ ਤੇ ਆਪਣਾ ਜਿਹੜਾ ਦੁਸ਼ਮਣ ਹੈ ਉਹਦੇ ਨਾਲ ਨਜਿੱਠਣ ਵੇਲੇ ਕਿੰਨੀਆਂ ਕਿੰਨੀਆਂ ਵਿਧੀਆਂ ਵਿੱਚ ਜਾਂਦੇ ਹਨ। ਤੇ ਇਹ ਯੁੱਗ ਜਿਹੜਾ ਹੈ ਇਹ ਉਹ ਪੁਰਾਤਨ ਯੁੱਗ ਵਾਲਾ ਨਹੀਂ ਹੈ ਕਿ ਉਸ ਤਰ੍ਹਾਂ ਹੀ ਨਜਿੱਠਿਆ ਜਾਵੇ ਜਿਵੇਂ ਨਿਹੰਗਾਂ ਨੇ ਨਜਿੱਠਿਆ। ਨਹੀਂ ਨਜਿੱਠਣਾ ਇਸ ਤਰ੍ਹਾਂ। ਮੈਂ ਸਮਝਦਾ ਕਿ ਨਜਿੱਠਣ ਦੇ ਤਰੀਕੇ ਨੇ ਕਿ ਪਰਸੂਏਸਿਵ ਮੈਥਡ ਲਈ ਸਿੱਖੀ ਨੇ ਪਰਸੂਏਸਿਵ ਮੈਥਡ ਦਿੱਤਾ ਹੈ, ਸਿੱਖੀ ਨੇ ਸਹਿਜ ਮਾਡਲ ਦਿੱਤਾ ਹੈ ਕਿ ਐਕਸਟ੍ਰੀਮ ਰਾਈਟ, ਦੇਖੋ ਸਿੱਖੀ ਐਕਸਟ੍ਰੀਮ ਰਾਈਟ ਤੇ ਐਕਸਟ੍ਰੀਮ ਲੈਫਟ ਵਿੱਚ ਇਸ ਵੇਲੇ ਅਸੀਂ ਘੁਲ ਰਹੇ ਹਾਂ। ਸਾਨੂੰ ਐਕਸਟ੍ਰੀਮ ਰਾਈਟ ਤੇ ਐਕਸਟ੍ਰੀਮ ਲੈਫਟ ਵਿੱਚ ਮੱਧ ਮਾਰਗ ਦਿੱਤਾ ਹੋਇਆ ਹੈ। ਉਹ ਮੱਧ ਮਾਰਗ ਜਿਹੜਾ ਹੈ ਉਹ ਸਾਰਿਆਂ ਨੂੰ ਨਾਲ ਲੈ ਕੇ ਤੁਰਦਾ, ਸਰਬੱਤ ਦੇ ਭਲੇ ਦਾ ਹੈ। ਉਹ ਕੋਈ ਨਾ ਦਿਸੇ ਬਾਹਰਾ ਦੀ ਦਾ ਹੈ, ਉਹ ਮੈਨੂੰ ਮਤਲਬ ਕੋਈ ਬੇਗਾਨਾ ਨਾ ਦਿਸਣ ਦਾ ਹੈ।
ਉਹ ਕਿੱਥੇ ਗਿਆ ਹੈ? ਅਸੀਂ ਤੇ ਮਤਲਬ ਜਿਹੜਾ ਕੋਲ ਵਾਲਾ ਬੈਠਾ ਸਾਡੀ ਗੱਲ ਨਹੀਂ ਮੰਨਦਾ ਉਹਨੂੰ ਵੀ ਦੁਸ਼ਮਣ ਮੰਨ ਲੈਂਦੇ ਆ। ਮੈਂ ਸਮਝਦਾ ਕਿ ਦੇਖੋ ਮਤਲਬ ਰਾਏ ਦੀ ਇਖਤਲਾਫ ਹੈ, ਉਹ ਹੋ ਸਕਦਾ, ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਹੈ, ਪਰ ਡਿਫਰੈਂਸ ਆਫ ਓਪੀਨੀਅਨ ਦੁਸ਼ਮਣੀ ਨਹੀਂ ਹੁੰਦਾ। ਪਰ ਬਾਵਜੂਦ ਇਸ ਦੇ ਡਿਫਰੈਂਸ ਆਫ ਓਪੀਨੀਅਨ ਹੀ ਦੁਸ਼ਮਣੀ ਬਣ ਜਾਂਦਾ ਹੈ ਜੇ ਉਹ ਰਿਜ਼ਾਲਵ ਨਾ ਹੋਵੇ। ਸਿੱਖੀ ਨੇ ਇਹ ਸਿਖਾਇਆ ਕਿ ਤੁਸੀਂ ਆਪਣੇ ਜਿਹੜੇ ਵਿਰੋਧਤਾਵਾਂ ਨੇ ਉਹਨਾਂ ਨੂੰ ਰਿਜ਼ਾਲਵ ਕਰੋ। ਸਾਡੇ ਕਲਚਰ ਵਿੱਚ ਜਿਹੜੇ ਘਰ ਦੇ ਬਜ਼ੁਰਗ ਹੁੰਦੇ ਸੀ ਉਹਨਾਂ ਦੇ ਉਹ ਸਾਰੀ ਗੱਲ ਜਿਹੜੀ ਆ ਆਪਣੇ ਸਮੇਟੀ ਜਾਂਦੇ ਸੀ ਤੇ ਘਰ ਦੇ ਕਲੇਸ਼ ਜਿਹੜੇ ਨੇ ਉਹਨਾਂ ਵਿੱਚ ਪਏ ਹੁੰਦੇ ਸੀ। ਅੱਜ ਬਜ਼ੁਰਗੀ ਜਿਹੜੀ ਆ ਇਰਰੈਲੇਵੈਂਟ ਹੋ ਗਈ ਹੈ ਤੇ ਸਾਰੇ ਕਲੇਸ਼ ਜਿਹੜੇ ਨੇ ਘਰ ਦੇ ਵਿੱਚ ਜਿਹੜੇ ਖੜੇ ਹੋ ਗਏ ਨੇ। ਘਰ ਦੇ ਵਿੱਚ ਸੇਧ ਦਾ ਤਕਲਾ ਕੱਢਿਆ ਗਿਆ, ਕਿਹੜਾ ਘਰ ਇੰਟੈਕਟ ਹੈ? ਸਿੱਖੀ ਨਾਲੋਂ ਟੁੱਟਣ ਦੇ ਬਲਰਾਵਾ ਸਾਹਿਬ ਬਹੁਤ ਜ਼ਿਆਦਾ ਅਸੀਂ ਨੁਕਸਾਨ ਉਠਾ ਰਹੇ ਹਾਂ। ਉਹਨਾਂ ਨੁਕਸਾਨਾਂ ਦਾ ਜਿਹੜਾ ਕਿੰਨੇ ਨੋਟਿਸ ਲੈਣਾ ਹੈ? ਨੋਟਿਸ ਤਾਂ ਤੁਸੀਂ ਲੈ ਰਹੇ ਹੋ, ਮੈਂ ਗੱਲਬਾਤ ਕਰਦੇ ਮਤਲਬ ਮੈਂ ਵੀ ਇਸ਼ਾਰਾ ਕਰ ਰਿਹਾ ਤੁਹਾਡੇ ਆਸਰੇ ਨਾਲ, ਪਰ ਇਹ ਤੇ ਸੰਸਥਾ ਨੇ ਨੋਟਿਸ ਲੈਣਾ ਹੈ ਨਾ, ਸੰਸਥਾ ਨੇ ਇਹਦੀ ਪ੍ਰੋਗਰਾਮਿੰਗ ਕਰਨੀ ਹੈ ਨਾ। ਸੰਸਥਾ ਜਿਹੜੀ ਉਹਨੂੰ ਲੈ ਕੇ ਤੁਰੂਗੀ ਨਾ, ਤੇ ਸੰਸਥਾ ਕਿੱਥੇ ਹੈ? ਯਾਨੀ ਤੁਸੀਂ ਤੇ ਇਹ ਵੀ ਕਹਿ ਸਕਦੇ ਕੋਈ ਕਿਹੜੀ ਸੰਸਥਾ? ਸੰਸਥਾ ਤੇ ਜਿਹੜੀ ਹੈ ਨਾ ਇਸ ਵੇਲੇ ਇਹ ਹੋ ਗਈ ਹੈ ਕਿ ਜਿਹੜਾ ਉੱਚੀ ਬੋਲੀ ਜਾਂਦਾ ਉਹੀ ਸਿਆਣਾ ਹੋ ਗਿਆ, ਜਿਹੜਾ ਬਿਨਾਂ ਸੋਚੇ ਤੋਂ ਬੋਲੀ ਜਾਂਦਾ ਉਹੀ ਸਿਆਣਾ ਹੋ ਗਿਆ। ਮੈਨੂੰ ਇਹ ਨਹੀਂ ਸਮਝ ਆਉਂਦੀ, ਤੁਸੀਂ ਮੇਰੇ ਤੇ ਵੀ ਇਤਰਾਜ਼ ਹੋ ਸਕਦਾ ਹੈ ਤੇ ਤੂੰ ਜਿਹੜੀ ਗੱਲ, ਪਰ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਜ਼ਿੰਮੇਵਾਰੀ ਨਾਲ ਗੱਲ ਰਿਕਾਰਡ ਕਰਨਾ ਚਾਹੁੰਦਾ ਕਿ ਮੈਂ ਜਿਹੜੀ ਗੱਲ ਕਰਨਾ ਮੈਂ ਗੁਰਬਾਣੀ ਦਾ ਸਟੂਡੈਂਟ ਹਾਂ। ਮੈਂ ਇਕੱਲੇ ਇਤਿਹਾਸ ਦੇ ਆਸਰੇ ਨਹੀਂ ਕਰਦਾ, ਮੈਨੂੰ ਗੁਰਬਾਣੀ ਦੀ ਸਪਿਰਿਟ ਮੁਤਾਬਕ ਕਰ ਰਿਹਾ। ਮੈਂ ਗੁਰਬਾਣੀ ਦੀ ਸਪਿਰਿਟ ਇਹ ਹੈ ਕਿ ਅਸੀਂ ਜਿਹੜਾ ਨਾ ਵਕਤ ਦੇ ਉੱਪਰ ਲੜ ਮਰੇ ਵਾਲੀ ਗੱਲ ਬਣਾਉਣੀ ਆ। ਸਾਨੂੰ ਤੇ ਵਕਤ ਹੀ ਨਹੀਂ ਸਮਝ ਆ ਰਿਹਾ, ਵਕਤ ਤੇ ਉੱਠਣਾ, ਵਕਤ ਤੇ ਜਿਹੜੀ ਗੱਲ ਕਰਨੀ ਹੈ ਇਹ ਸਾਡੀ ਹੁਣ ਨੀਡ ਹੈ ਇਸ ਵੇਲੇ। ਤੇ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਰਾਹੀਂ ਜਥੇਦਾਰ ਸਾਹਿਬ ਨੂੰ ਕਿ ਇਸ ਵੇਲੇ ਸਿੱਖਾਂ ਦਾ ਭਰੋਸਾ ਇੱਕ ਅਕਾਲ ਤਖਤ ਵਿੱਚ ਹੀ ਰਹਿ ਗਿਆ। ਉਹਨਾਂ ਦਾ ਭਰੋਸਾ ਅਕਾਲੀ ਦਲ 'ਚ ਨਹੀਂ ਹੈ, ਸਿੱਖ ਸਿਆਸਤ 'ਚ ਨਹੀਂ ਹੈ, ਸ਼੍ਰੋਮਣੀ ਕਮੇਟੀ 'ਚ ਨਹੀਂ ਹੈ, ਦਿੱਲੀ ਕਮੇਟੀ 'ਚ ਨਹੀਂ ਹੈ, ਕਿਉਂਕਿ ਜਿੱਥੇ ਜਿੱਥੇ ਕਮੇਟੀਆਂ ਬਣੀਆਂ ਨੇ ਉਹ ਸਾਰੀਆਂ ਸਿਆਸੀ ਜਿਹੜੀਆਂ ਨੇ ਉਹ ਅੰਗ ਹੋ ਗਈਆਂ ਨੇ ਜਾਂ ਸਿਆਸੀ ਕੁਤਕਾ ਹੋ ਗਈਆਂ ਨੇ। ਇਸ ਵੇਲੇ ਬੜਾ ਮੁਸ਼ਕਿਲ ਹੋ ਗਿਆ ਸਿਚੁਏਸ਼ਨ ਇਸ ਵੇਲੇ ਕਿ ਕਾਕਸ ਜਿਹੜਾ ਅਮਰੀਕਾ ਵਿੱਚ ਬੈਠਾ ਹੈ ਉਹ ਬੀਜੇਪੀ ਦੇ ਨਾਲ ਲੱਗ ਰਿਹਾ ਹੈ। ਇੱਕ ਅੰਗਰੇਜ਼ ਪੀਟਰਸਨ ਲਗਾਤਾਰ ਲਿਖ ਰਿਹਾ ਹੈ ਕਿ ਜਨਸੰਘ ਜਿਹੜੀ ਹੈ RSS ਜਿਹੜੀ ਹੈ ਉਹ ਕੀ ਹੈਵਕ ਪਲੇ ਕਰ ਰਹੀ ਹੈ, ਕੋਈ ਉਧਰ ਧਿਆਨ ਨਹੀਂ ਦਿੰਦਾ। ਜੇ ਜਥੇਦਾਰ ਨੂੰ ਬਾਕੀ ਗੱਲਾਂ ਯਾਦ ਨੇ, ਜਥੇਦਾਰ ਨੂੰ ਜਿਹੜੀ ਗੱਲ ਨੂੰ ਨਹੀਂ ਲੈਣਾ ਚਾਹੀਦਾ ਉਹ ਵੀ ਲਈ ਜਾ ਰਹੀ ਹੈ, ਤੇ ਜਥੇਦਾਰ ਨੂੰ ਇਹ ਗੱਲਾਂ ਜੇ ਸਿਧਾਂਤਕ ਜਿਹੜੀਆਂ ਨੇ ਜਿਨ੍ਹਾਂ ਨੇ ਮੁੜ ਕੇ ਗੁਰਮਤਿ ਸਿਧਾਂਤ ਨਾਲ ਆ ਕੇ ਟਕਰਾਉਣਾ ਹੈ, ਜਿਨ੍ਹਾਂ ਨੇ ਗੁਰਮਤਿ ਸਿਧਾਂਤ ਨੂੰ ਮਤਲਬ ਨਿਖਾਰਨਾ ਹੈ, ਉਹਨਾਂ ਗੱਲਾਂ ਨੂੰ ਲੈ ਕੇ ਕੋਈ ਗੱਲ ਕਰਨੀ ਚਾਹੀਦੀ ਹੈ। ਉਹ ਕਰਦੇ ਨੇ। ਦਮਦਮਾ ਇਨਕਲੇਵ ਹੋਇਆ, ਉਹਨਾਂ ਨੇ ਕੀਤਾ, ਪਰ ਉਹ 'ਚ ਮਤਲਬ ਅਕਾਲੀ ਦਲ ਦੀ ਗੱਲ ਹੋਈ, ਅਕਾਲੀ ਦਲ ਦੀ ਸਾਖ ਬਹਾਲ ਗੱਲ ਨਹੀਂ ਹੋਈ। ਉਹ ਕਰਦੇ ਨੇ। SGPC ਜਿਹੜੀ ਹੈ ਲੋਕਾਂ ਦੇ ਦਰਾਂ ਤੇ ਗਈ ਹੈ ਕਿ ਅਸੀਂ ਤੁਹਾਨੂੰ ਪੰਥਕ ਬਣਾਉਣਾ ਚਾਹੁੰਦੇ ਹਾਂ, ਪਰ ਉਹ ਤੇ ਮਤਲਬ 28 ਦੀ ਇਲੈਕਸ਼ਨ ਵਾਸਤੇ ਕਰ ਰਹੇ ਸੀਗੇ। ਕੋਈ ਪਲੈਨਿੰਗ ਮੈਨੂੰ ਸਿੱਖ ਦੇ ਤੌਰ ਤੇ ਮੈਂ ਕਿਉਂਕਿ ਮੈਂ ਐਕਟਿਵ ਹਾਂ ਤੇ ਮੈਂ ਪਾਰਟਿਸਿਪੇਟ ਕਰਦਾ, ਮੈਨੂੰ ਨਹੀਂ ਪਤਾ ਕਿ ਕੋਈ ਗੱਲ ਸਿੱਖੀ ਵਾਸਤੇ ਗੁਰਮਤ ਵਾਸਤੇ ਹੋ ਰਹੀ ਹੋਵੇ। ਜੀ ਗੁਰਮਤ ਦੀ ਅਸਲ ਲੋੜ ਜਿਹੜੀ ਹੈ ਕਿ ਉਹ ਸਰਸੇ ਵਾਲੇ ਸਾਧ ਦੇ ਰਾਹੀਂ ਅਸੀਂ ਡੇਰੇਦਾਰੀ ਜਿਹੜੀ ਹੈ ਉਹਦੇ ਨਾਲ ਕਿਵੇਂ ਚੱਲਣਾ ਹੈ, ਇਹ ਹੁਣ ਇਸ ਵੇਲੇ ਸਾਨੂੰ ਰੋਡ ਮੈਪ ਬਣਾ ਲੈਣਾ ਚਾਹੀਦਾ। ਇਹ ਰੋਡ ਮੈਪ ਬਣ ਸਕਦਾ, ਬੜਾ ਆਸਾਨ ਹੈ। ਅਸੀਂ ਅੰਦਰੋਂ ਵੀ ਸ਼ਿਕਾਰ ਹਾਂ, ਬਾਹਰੋਂ ਵੀ ਸ਼ਿਕਾਰ ਹਾਂ। ਇਹ ਇੱਕ ਮੌਕਾ ਆ ਗਿਆ ਸੀ ਜਦੋਂ ਸਵੈ ਮੁਲਾਂਕਣ ਕੀਤੇ ਜਾ ਸਕਦੇ। ਇਹ ਇੱਕ ਐਸਾ ਮੌਕਾ ਹੈ ਜਿੱਥੇ ਇੱਕ ਵਾਰੀ ਪਿੱਛਲ ਝਾਤ ਮਾਰੀ ਜਾ ਸਕਦੀ ਹੈ। ਮਾਰਨਗੇ ਉਹ ਜਾਂ ਮਾਰ ਉਹ ਸਕਦੇ ਆ ਜਿਹੜੇ ਵੱਡੇ ਅਹੁਦਿਆਂ ਤੇ ਆਸੀਨ ਨੇ, ਜਿਹੜੇ ਬੈਠੇ ਨੇ, ਜਿਹੜੇ ਜ਼ਿੰਮੇਵਾਰ ਨੇ। ਅਦਰਵਾਈਜ਼ ਸਾਡੇ ਵਰਗੇ ਤਾਂ ਸੰਵਾਦ ਜਾਂ ਬੈਠਕ ਕਰ ਲੈਣਗੇ, ਕੋਈ ਚਾਹ ਦੇ ਕੱਪ ਤੇ ਕਰ ਲੈਂਦਾ, ਕੋਈ ਸ਼ਾਮ ਦੇ ਖਾਣੇ ਤੇ, ਉਹਦਾ ਕੋਈ ਅਰਥ ਨਹੀਂ। ਲੇਕਿਨ ਜਦੋਂ ਵੱਡੇ ਅਹੁਦਿਆਂ ਤੇ ਬੈਠੇ ਲੋਕ ਗੱਲ ਕਰਦੇ ਆ, ਉਹਨਾਂ ਦੇ ਅਰਥ ਆ, ਉਹ ਫੈਸਲੇ ਲੈਣਗੇ ਤਾਂ ਉਹਨਾਂ ਦਾ ਦੂਰ ਤੱਕ ਅਸਰ ਹੋਏਗਾ। ਬੜਾ ਅਰਥ ਹੈ ਇਹਦਾ, ਬੜਾ ਅਰਥ ਹੈ। ਲੋਕ ਗੀਤ ਹੈ ਇੱਕ ਮਤਲਬ ਨਿੱਕਾ ਜਿਹਾ, ਕੁੱਕੜਾਂ ਨੇ ਬਾਂਗ ਦੇਵਨੀ ਕੋਈ ਜਾਗੇ ਨਾ ਜਾਗੇ। ਕੁੱਕੜ ਤੋਂ ਹੀ ਸਿੱਖ ਲਓ, ਆਪਣੀ ਗੱਲ ਕਹੋ ਤੇ ਸਹੀ ਨਾ। ਉਹ ਗੱਲ ਰਜਿਸਟਰ ਹੋਈ ਜਾਂ ਨਹੀਂ ਹੋਈ। ਹੁਣ ਅੱਜ ਆਪਾਂ ਨੇ ਗੱਲ ਕੀਤੀ, ਗੱਲ ਹਵਾ ਆ ਗਈ। ਇਹ ਗੱਲ ਇਹ ਤਾਂ ਨਹੀਂ ਹੈ ਵੀ ਜੋ ਤੁਸੀਂ ਕਹਿੰਦੇ ਹੋ ਜਾਂ ਮੈਂ ਕਹਿੰਦਾ ਉਹ ਠੀਕ ਹੈ। ਮੈਂ ਕਹਿੰਦਾ ਇਹ ਇਸ਼ੂ ਹੈ, ਇਸ ਇਸ਼ੂ ਤੇ ਗੱਲਬਾਤ ਹੋਣੀ ਚਾਹੀਦੀ ਹੈ। ਇਸ ਇਸ਼ੂ ਤੇ ਸਾਨੂੰ ਗੱਲ ਆਪਣੀ ਕਹਿਣੀ ਚਾਹੀਦੀ ਹੈ। ਮਤਲਬ ਇਸ ਪਾਸੇ ਦੀ ਗੱਲ ਕਰ ਰਹੇ ਹਾਂ। ਇਸ ਕਰਕੇ ਜਥੇਦਾਰ ਜਿਹੜਾ ਜਥੇਦਾਰ ਦੀ ਤਾਕਤ ਹੈ, ਜਥੇਦਾਰ ਨੇ ਆਪ ਕੁਝ ਨਹੀਂ ਕਰਨਾ, ਜਥੇਦਾਰ ਨੇ ਕਰਵਾਉਣਾ ਹੈ। ਇਹ ਯਾਦ ਰੱਖੇ। ਅਸੀਂ ਮੈਂ ਜਥੇਦਾਰ ਨੂੰ ਬਲੇਮ ਇਸ ਕਰਕੇ ਨਹੀਂ ਕਰ ਰਿਹਾ, ਕੁਝ ਨਹੀਂ ਕਰ ਰਿਹਾ। ਮੈਂ ਜਥੇਦਾਰ ਨੂੰ ਇਸ ਕਰਕੇ ਕੁਐਸਚਨ ਕਰ ਰਿਹਾ ਕਿ ਜਥੇਦਾਰ ਨੇ ਕਰਵਾਉਣਾ ਹੈ ਤੇ ਕੁਝ ਵੀ ਨਹੀਂ ਹੋ ਰਿਹਾ। ਬਿਲਕੁਲ, ਕਿਉਂਕਿ ਜਥੇਦਾਰ ਜਿਹੜਾ ਹੈ ਉਹ ਉਹਨਾਂ ਲੋਕਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜੇ ਲੋਕ ਅਸਲ ਦੋਸ਼ੀ ਨੇ,
ਜਿਨ੍ਹਾਂ ਦੇ ਪੈਰੋਂ ਅਸੀਂ ਇਸ ਸਥਿਤੀ ਵਿੱਚ ਆ ਗਏ ਹਾਂ ਕਿ ਅਸੀਂ ਆਪ ਹੀ ਹੱਥਲੋਂ ਪਏ ਹਾਂ। ਸਹੀ ਮਤਲਬ ਗੁਰੂ ਨਾਨਕ ਘਰ ਦੇ ਵਾਰਸ ਜਿਹੜੇ ਆ ਉਹਨਾਂ ਨੂੰ ਕੋਈ ਹੋਰ ਮਾਲਕੀ ਵਾਂਗ ਲੈ ਗਿਆ ਤੇ ਵਾਰਸ ਜਿਹੜੇ ਨੇ ਕੰਢੇ ਤੇ ਖੜੇ ਦੇਖ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ। ਜੀ ਬਹੁਤ ਮਿਹਰਬਾਨੀ ਸਰਦਾਰ ਸਾਹਿਬ, ਤੁਸੀਂ ਬਹੁਤ ਵਿਸਥਾਰ ਨਾਲ ਸਮਝਾਤਾ ਹੈ। ਹੁਣ ਕੋਈ ਸਮਝੇ ਨਾ ਸਮਝੇ, ਇਹ ਤਾਂ ਉਹਨਾਂ ਲੋਕਾਂ ਦੇ ਆ ਜਿਨ੍ਹਾਂ ਲੋਕਾਂ ਨੇ ਆਪਣੀਆਂ ਵਿਰਾਸਤਾਂ ਅਗਲੀਆਂ ਪੀੜ੍ਹੀਆਂ ਨੂੰ ਸੌਂਪਣੀਆਂ ਕਿ ਕਿਸ ਰੂਪ ਚ ਸੌਂਪਣੀਆਂ। ਬਹੁਤ ਧੰਨਵਾਦ। ਥੈਂਕ ਯੂ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ।